मिल संगत हर रंग पाया, जन नानक मन तन रंग। वाहिगुरु जी का खालसा, वाहिगुरु जी की फतेह। वाहिगुरु 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 वाहिगुरु। वाहिगुरु जी का खालसा, वाहिगुरु जी की फतेह। सतनाम धन वाहिगुरु साहिब जी। जागत झूठ जपै निसबासर, एक बिना मन नैक न आनै। पूरन प्रेम प्रतीत सजै, ब्रत गोर मणि मट भूल न मानै। तीरथ दान दया तप संजम, एक बिना नह एक पछानै। पूरन जोत जगै घट मै, तब खालस ताहें न खालस जानै। वह प्रगट्यो मर्द अगमड़ा, वरयाम अकेला। वाह वाह गोबिंद सिंह, आपे गुर चेला। क्या जाना किव मरहेंगे, कैसा मरना होए। जेकर साहिब मन हो ना बिसरै, तां सहला मरना होए। मरनै ते जगत डरै, जीव्या लोड़ै सब कोय। गुर प्रसादी जीवत मरै, हुक्मै बूझै सोए। नानक ऐसी मरनी जो मरै, तां सद जीवन होए। सूरज किरण मिले, जल का जल हुआ राम।
ज्योति ज्योत रली संपूर्ण थिया राम। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਤੇ ਪਰਮ ਸਨਮਾਨਯੋਗ ਗੁਰੂ ਪਿਆਰੇ ਸਤਸੰਗੀ ਜਨੋ, ਆਪ ਉਠਭਾਗੀ ਹੋ ਜੋ ਸਤਿਗੁਰ ਜੀ ਦੀ ਅਗਮੀ ਬਾਣੀ ਆਸਾ ਕੀ ਵਾਰ ਦਾ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕਰ ਰਹੇ ਸੋ। ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਹੁਕਮਨਾਮਾ ਸਰਵਣ ਕੀਤਾ ਹੈ। ਸੋਢੀ ਸ੍ਰਿਸ਼ਟ ਸਗਲ ਤਾਰਨ ਕੋ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਅਗਨ ਹਰਿਓ, ਨਿਸਬਾਸਰ ਏਕ ਸਮਾਨ ਧਿਆਨ। ਜਸ ਨਾਮ ਸੁਣੈ ਸੁਤ ਪਾਨ ਡਰਿਓ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਨਾਮ ਸੁਣਦਿਆਂ ਹੀ ਜਮਾਂ ਨੂੰ ਭਾਜੜਾਂ ਪੈ ਜਾਂਦੀਆਂ ਨੇ। ਭਨਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕੀਓ, ਪਾਰਸ ਭੇਟ ਪਰਸ ਕਰਿਓ। ਸਮਰੱਥ ਗੁਰੂ ਸਿਰ ਹੱਥ ਧਰਿਓ, ਰਾਮਦਾਸ ਗੁਰੂ ਹਰ ਸਤ ਕੀਓ। ਧੰਨ ਗੁਰੂ ਰਾਮਦਾਸ ਜੀ ਦੀ ਜਿੰਨੀ ਸ਼ੋਭਾ ਕਰੀਏ ਉਨੀ ਘੱਟ ਹੈ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜਿਹੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜਿਹੇ ਸਤਿਗੁਰ ਸਿਮਰੰਤ ਰਿੱਧ ਸਿੱਧ ਨੌ ਨਿਤ ਪਾਵੈ। ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰੋ। ਜਿਹੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਜਾਮ ਗੁਰੂ ਹੋਏ ਬਲ, ਧਨੈ ਕਿਆ ਗਾਰਬ ਦੀਜੈ। ਜਾਮ ਗੁਰੂ ਹੋਏ ਬਲ, ਲਖ ਬਾਹੇ ਕਿਆ ਕੀਜੈ। ਜਾਮ ਗੁਰੂ ਹੋਏ ਬਲ, ਗਿਆਨ ਅਰ ਧਿਆਨ ਅਨੰਨ ਪਰ। ਜੇ ਗੁਰੂ ਵੱਲ ਹੋ ਜਾਏ ਤੇ ਉਹ ਰੱਬ ਵੀ ਉਸ ਸਿੱਖ ਦੇ ਅੰਗ ਸੰਗ ਹੈ। ਜੇ ਗੁਰੂ ਵੱਲ ਹੋ ਜਾਏ ਤੇ ਦੁਨੀਆ ਦੀਆਂ ਸਾਰੀਆਂ ਤਾਕਤਾਂ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਾਬਤ ਪੱਟਾ ਨੇ ਕਿਹਾ, ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ, ਤਤ ਸਮਤ ਸਰੇ ਕਵ ਕਲ ਠਕੁਰ ਹਰਦਾਸ ਤਨੇ। ਗੁਰ ਰਾਮਦਾਸ ਸਰ ਅਪਰ ਭਰੇ। ਹਿਰਦਿਆਂ ਦੇ ਖਾਲੀ ਸਰੋਵਰਾਂ ਨੂੰ ਨਾਮ ਅੰਮ੍ਰਿਤ ਦੇ ਨਾਲ ਭਰਨ ਵਾਲੇ ਗੁਰੂ ਰਾਮਦਾਸ ਜੀ ਇਸ ਜਗਤ ਨੂੰ ਖੁਸ਼ੀਆਂ ਦੇਣ ਵਾਸਤੇ ਆਏ ਨੇ। ਤੇ ਉਸੀ ਕੁੱਲ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਸ ਧਰਤੀ ਤੇ ਐਸੇ ਸੂਰਮੇ ਆਏ ਨੇ ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ। ਪੂਛਨ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ ਨਿਹਾਰੀ। ਅਗਮ ਅਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਣੋ ਸੰਸਾਰੀ। ਕਲਯੁਗ ਪੀਣੀ ਸੋਢੀਆਂ, ਨਿਹਚਲ ਨੀਵ ਉਸਾਰ ਖਿਲਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੱਕ ਇਸ ਸਰੀਰਿਕ ਜਾਮੇ ਦਾ ਜ਼ਿਕਰ ਕੀਤਾ। ਅੱਜ ਬਾਦਸ਼ਾਹ ਦਰਵੇਸ਼ ਨਾਸਰ ਆਓ ਮਨਸੂਰ ਇਜ਼ਦ ਈ ਮਨਜ਼ੂਰ।
हक रा गंजूर जुमला फैज़े नूर, हक हक आगाह शाहे शहनशाह। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਹੈ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅੱਜ ਸਰੀਰਿਕ ਜਾਮੇ ਨੂੰ ਸੰਕੋਚ ਕੇ ਸਦਾ ਹੀ ਪਾਰ ਬ੍ਰਹਮ ਪਰਮੇਸ਼ਵਰ ਦੇ ਵਿੱਚ ਲੀਨ ਹੋਏ ਤੇ ਨਾਲ ਹੀ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ 10ਵੇਂ ਜਾਮੇ ਤੱਕ ਪਹੁੰਚੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕੁਝ ਕੁ ਦਿਨ ਪਹਿਲਾਂ ਜੋਤੀ ਜੋਤ ਸਮਾਵਣ ਤੋਂ ਆਗਿਆ ਪਈ, ਅਕਾਲ ਕੀ ਤਬਹੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਸਿੱਖ ਉਹ ਹੈ ਜਿਹੜਾ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ ਕਰੇ। ਸਿੱਖ ਉਹ ਹੈ तीन रूप हैं मोह के, सुनो तुम चित लाए, सरगुण निर्गुण गुर शब्द है, दियो तोहे समझाए। भाई नंद लाल जी, ਇਹ ਤੁਹਾਨੂੰ ਸਮਝਾ ਰਿਹਾ ਤੇ ਤੁਸੀਂ ਸਾਰਿਆਂ ਨੂੰ ਵੀ ਸਮਝਾਉਣਾ ਹੈ ਤੇ ਸਮਝ ਜਿਓ ਸਾਰੇ ਕਿ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮਣੀ ਮਟ, ਭੂਲ ਨਾ ਮਾਨੈ ਤੀਰਥ ਦਾਨ ਦਇਆ ਤਪ ਸੰਜਮ। ਜੇ ਤੀਰਥ ਵੀ ਜਾਣਾ ਹੈ, ਦਇਆ ਵੀ ਕਰਨੀ ਹੈ, ਤਪ ਵੀ ਕਮਾਉਣਾ ਹੈ, ਸੰਜਮ ਵੀ ਰੱਖਣਾ ਹੈ ਤੇ ਆਪਣੇ ਆਪ ਨੂੰ ਮੁੱਖ ਰੱਖ ਕੇ ਨਹੀਂ ਰੱਖਣਾ। ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਾ ਖਾਲਸ ਜਾਣੈ। ਬਾਹਰੋਂ ਕੋਈ ਸਿੱਖ ਨਹੀਂ ਹੈ, ਹਿਰਦੇ ਦੇ ਵਿੱਚ ਗੁਰੂ ਦੇ ਗਿਆਨ ਦੀ ਜੋਤ ਪ੍ਰਗਟ ਹੋਏਗੀ ਤਾਈਓ ਉਹ ਖਾਲਸ ਹੈ, ਨਹੀਂ ਤੇ ਉਹ ਖਾਲਸ ਨਹੀਂ ਹੈ। ਇਸ ਕਰਕੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਸਤਿਗੁਰੂ ਜੀ ਨੇ ਰਹਿਤਵਾਨ ਸਿੱਖ ਦੀ ਬਹੁਤ ਵੱਡੀ ਤਾਕਤ ਦੱਸੀ ਹੈ ਔਰ ਬਹੁਤ ਸਤਿਕਾਰ ਦਿੱਤਾ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੂੰ ਕਰੋ ਨਿਵਾਸ। ਇੱਥੋਂ ਤੱਕ ਖਾਲਸਾ ਮੇਰੀ ਜਾਨ ਕੀ ਜਾਨ, ਇੱਥੋਂ ਉੱਤੇ ਬਚਨ ਕੋਈ ਨਹੀਂ ਕਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੇਰੀ ਜਿੰਦ ਜਾਨ ਖਾਲਸਾ ਹੈ, ਮੇਰੀ ਜਾਨ ਤੋਂ ਵੀ ਜਾਨ ਪਿਆਰੀ ਜਿਹੜੀ ਹੈ ਉਹ ਖਾਲਸਾ ਹੈ। ਖਾਲਸਾ ਮੇਰੋ ਪਿੰਡ ਪੁਰਾਣ, ਮੇਰਾ ਸਰੀਰ ਵੀ ਖਾਲਸਾ, ਮੇਰੇ ਪ੍ਰਾਣ ਵੀ ਖਾਲਸਾ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿਤਾ ਕਿ ਕੀ ਹੋਇਆ, ਚਿਆ ਸ਼ੁੱਧ ਕੇ ਚੂ ਬਚਕਾ ਕੁਸ਼ਤਾ ਚਾਰ, ਕਿ ਬਾਕੀ ਬੇਮਾਇਦ ਪੇਚੀ ਦਾ ਮਾਰ, ਹਜੇ ਖਾਲਸਾ ਬੈਠਾ ਤੇ ਖਾਲਸਾ ਸਦਾ ਹੀ ਰਹੇਗਾ। ਸੋ ਆਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੀਵਨ ਦਰਸ਼ਨ ਕਰੀਏ। ਜੋ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ, ਜ਼ਿਆਦਾਤਰ ਇਤਿਹਾਸਕਾਰ ਭਾਈ ਵੀਰ ਸਿੰਘ ਦੀ ਜਿਹੜੀ ਇਤਿਹਾਸਕ ਘਟਨਾ ਹੈ, ਜਿਹਦਾ ਜ਼ਿਕਰ ਕਲਗੀਧਰ ਚਮਤਕਾਰ ਦੇ ਵਿੱਚ ਕਰਦੇ ਨੇ, ਉਸੀ ਨੂੰ ਆਧਾਰ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਵਣਾ, ਜਿਹੜੀ ਇਤਿਹਾਸ ਦੀ ਲੜੀ ਹੈ, ਉਹਦੇ ਦਰਸ਼ਨ ਕਰੀਏ। ਨਾਲ ਚੱਲ ਰਹੀ ਪਿਛਲੀ ਲੜੀ ਨੂੰ ਵੀ ਤੋਰੀਏ ਤੇ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਿਰਦੇ ਦੇ ਦਰਸ਼ਨ ਕਰੀਏ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬਹੁਰ ਨਾ ਹੋਈ ਭੰਗ। ਸੋ ਅਸੀਸ ਬਖਸ਼ੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ੀ ਫਤਿਹ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਗੱਜ ਵੱਜ ਕੇ ਸਾਂਝੀ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਦਿਨ ਆਖਰੀ ਫਤਿਹ ਗਜਾਈ ਸਰੀਰ ਰੂਪੀ। ਅੱਜ ਸਤਿਗੁਰੂ ਜੀ ਦੀ ਸਰੀਰਿਕ ਆਖਰੀ ਫਤਿਹ ਸੀ, ਜਿੱਥੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਕਹਿ ਦਿੱਤਾ ਕਿ ਅਸੀਂ ਪੰਜ ਭੂਤਕ ਸਰੀਰ ਸੰਕੋਚਣਾ ਹੈ। ਇਹ ਘਟਨਾ ਸਿੱਖਾਂ ਦੀ ਨਾ ਬਰਦਾਸ਼ਤ ਕਰਨ ਤੋਂ ਬਾਹਰ ਸੀ
ਔਰ ਇੱਥੋਂ ਤੱਕ ਭਾਈ ਵੀਰ ਸਿੰਘ ਜਾਂ ਹੋਰ ਇਤਿਹਾਸਕਾਰ ਜਦ ਪੜ੍ਹੀਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਰੀਰਿਕ ਜਾਮੇ ਨੂੰ ਸੰਕੋਚਣ ਤੋਂ ਤਕਰੀਬਨ ਕਈ ਦਿਨ ਪਹਿਲਾਂ ਨੰਦੇੜ ਦਾ ਸਾਰਾ ਵਾਤਾਵਰਣ, ਸਾਰੇ ਪਸ਼ੂ ਪੰਛੀ, ਸਾਰੇ ਉੱਥੇ ਜ਼ਰਾ ਜ਼ਰਾ ਉਹ ਇੱਕ ਵਿਸਮਾਦੀ ਸਹਿਜ ਵਿੱਚ ਆ ਗਿਆ। ਇੱਥੋਂ ਤੱਕ ਨੰਦੇੜ ਦੇ ਆਸ-ਪਾਸ ਦੇ ਜੰਗਲਾਂ ਦੀ ਰੌਣਕਾਂ ਘਟ ਗਈਆਂ, ਪੰਛੀਆਂ ਦਾ ਚਹਿਕਾਣਾ ਘਟ ਗਿਆ, ਮਿਰਗਾਂ ਦੀਆਂ ਡਾਰਾਂ ਘਟ ਗਈਆਂ, ਉਹ ਆ ਕੇ ਜੰਗਲ ਦੇ ਬਾਹਰ ਵਾਲੇ ਪਾਸੇ ਬਹਿ ਗਏ। ਇਹਦਾ ਜ਼ਿਕਰ ਵੀ ਭਾਈ ਵੀਰ ਸਿੰਘ ਬੜਾ ਕਮਾਲ ਕਰਦੇ ਨੇ ਕਿ ਕਿਸ ਤਰ੍ਹਾਂ ਸਾਰੀ ਕਾਇਨਾਤ ਨੂੰ ਇਹ ਅਹਿਸਾਸ ਹੋਇਆ ਕਿ ਬਾਦਸ਼ਾਹ ਦਰਵੇਸ਼ ਖਾਲਸ ਖੁਦ ਖੁਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਰਮੇਸ਼ਵਰ ਦੀ ਜੋਤ, ਗੁਰੂ ਨਾਨਕ ਸਾਹਿਬ ਦੇ ਰੂਪ, ਆਪ ਨਾਰਾਇਣ ਕਲਾਧਾਰ ਇਸ ਜਗਤ ਨੂੰ ਹੁਣ ਸਰੀਰਕ ਤੌਰ ਤੇ ਸੰਕੋਚ ਕੇ ਜਾ ਰਹੇ ਨੇ। ਇਸ ਜਗਤ ਤੋਂ ਆਪ ਹੀ ਪੰਜ ਭੂਤਕ ਸਰੀਰ ਨੂੰ ਸੰਕੋਚਣ ਲੱਗੇ ਨੇ। ਇਹ ਘਟਨਾ ਕਿਵੇਂ ਵਾਪਰੀ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਸ ਵੇਲੇ ਨੰਦੇੜ ਦੀ ਧਰਤੀ ਤੇ ਬੰਦਾ ਵੈਰਾਗੀ, ਬੰਦਾ ਸਿੰਘ ਬਹਾਦਰ, ਬਾਬਾ ਬੰਦਾ ਸਿੰਘ ਬਹਾਦਰ, ਪਹਿਲਾਂ ਉਹ ਵੈਰਾਗੀ ਸਾਧ ਜਿਹਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਉਹਦੇ ਕੋਲ ਗਏ, ਜਿੱਥੇ ਅੱਜ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਵਰਸਾਈ ਧਰਤੀ ਨੰਦੇੜ ਸਾਹਿਬ ਗੋਦਾਵਰੀ ਦੇ ਕੰਢੇ ਤੇ, ਜਿੱਥੇ ਬੰਦਾ ਬਹਾਦਰ, ਇਸ ਦਾ ਪਹਿਲਾ ਨਾਮ ਜਿਹੜਾ ਵੈਰਾਗੀ ਸੀ, ਅੱਜ ਨਹੀਂ ਹੈ। ਅੱਜ ਭਾਈ ਗੁਰਬਖਸ਼ ਸਿੰਘ ਜਾਂ ਬਾਬਾ ਬੰਦਾ ਸਿੰਘ ਬਹਾਦਰ ਹੀ ਹੈ ਔਰ ਸਦਾ ਇਹੀ ਨਾਮ ਰਹੇਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਮੱਠ ਤੇ ਪਹੁੰਚੇ ਨੇ। ਇਹ ਬਾਹਰ ਸੀ, ਪਰਾਂ ਸੀ। ਸਤਿਗੁਰ ਜੀ ਇਹਦੇ ਆਸਣ ਤੇ ਜਾ ਕੇ ਬਹਿ ਗਏ। ਜਦ ਕਿਸੇ ਨੇ ਦੱਸਿਆ ਕਿ ਤੇਰੇ ਆਸਣ ਤੇ ਕੋਈ ਹੋਰ ਆ ਕੇ ਬਹਿ ਗਿਆ ਤੇ ਬੜਾ ਤਪਿਆ, ਬੜਾ ਅਹੰਕਾਰੀ ਸੀ, ਇਹ ਬਹੁਤ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ। ਚਲੋ ਜੇ ਅਹੰਕਾਰੀ ਨਾ ਵੀ ਹੋਏ, ਜੇ ਕੋਈ ਕਿਸੇ ਦੀ ਜਾ ਕੇ ਕੁਰਸੀ ਤੇ ਬਹਿ ਜਾਏ, ਕੋਈ ਅਫਸਰ ਹੋਏ, ਤੇ ਅਗਲਾ ਅਫਸਰ ਕਿਹੋ ਜਿਹਾ ਵਰਤਾਓ ਕਰਦਾ ਇਹ ਵੀ ਦੇਖ ਲਿਓ। ਪਰ ਉਹਨੂੰ ਇਹ ਨਹੀਂ ਪਤਾ ਕਿ ਜਿਹੜਾ ਕੁਰਸੀ, ਜਿਹੜੇ ਆਸਣ ਤੇ ਆ ਕੇ ਬੈਠਾ ਹੈ, ਉਹ ਕੌਣ ਹੈ? ਉਹ ਆਪ ਨਾਰਾਇਣ ਹੀ ਆ ਕੇ ਬੈਠਾ। ਬਹੁਤ ਸਾਰੀਆਂ ਉਹਨੇ ਕਰਾਮਾਤਾਂ ਕੀਤੀਆਂ, ਬੜਾ ਯਤਨ ਕੀਤਾ ਤਖਤ ਨੂੰ, ਉਸ ਆਸਣ ਨੂੰ ਹਿਲਾਉਣ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਜ਼ਮੀਨ ਤੇ ਸੁੱਟਣ ਦਾ, ਪਰ ਇੱਕ ਵੀ ਰਿੱਧ ਸਿੱਧ ਉਹਦੇ ਅੱਗੇ, ਉਹਦੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜਾਹੋ ਜਲਾਲ ਅੱਗੇ ਚਲੀ ਨਹੀਂ। ਕਿਉਂਕਿ ਭਾਈ ਗੁਰਦਾਸ ਜੀ ਲਿਖਦੇ ਨੇ ਕੋਈ ਪਹਿਲੀ ਵਾਰ ਨਹੀਂ ਹੈ, ਗੁਰੂ ਨਾਨਕ ਸਾਹਿਬ ਤੇ ਵੀ ਰਿੱਧੀਆਂ ਸਿੱਧੀਆਂ ਦਾ ਬੜਾ ਯਤਨ ਕੀਤਾ ਗਿਆ। ਪਰ ਯਾਦ ਰੱਖਿਓ, ਜੋਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਿੱਚ ਗੁਰੂ ਨਾਨਕ ਸਾਹਿਬ ਦੀ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਇਸ ਜੋਤ ਨੂੰ ਕੋਈ ਹਿਲਾ ਨਹੀਂ ਸਕਦਾ। ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝਲੇ ਗੁਰੂ ਦੀ ਝਾਲਾ। ਕਿਹੜਾ ਝੱਲ ਸਕਦਾ? ਕੋਈ ਨਹੀਂ ਝੱਲ ਸਕਿਆ। 84 ਸਿੱਧ ਗੋਰਖ ਆਦ ਮਨ ਅੰਤਰ ਗਣਤੀ ਵਰਤਾਈ। ਵੱਡੇ ਵੱਡੇ ਜੋਗੀ ਸਿੱਧ ਨਹੀਂ ਝੱਲ ਸਕੇ ਤੇ ਬੰਦੇ ਨੇ ਉਹਨੇ ਕਿੱਥੋਂ ਜਰ ਜਾਣੀ ਸੀ। ਮਾਧੋ ਦਾਸ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਸਾਰੀ ਤਰ੍ਹਾਂ ਦੀਆਂ ਕਰਾਮਾਤਾਂ, ਸਾਰੀਆਂ ਤਾਕਤਾਂ ਲਾ ਬੈਠਾ, ਫਿਰ ਆਖਰੀ ਜਿਹੜਾ ਯਤਨ ਸੀ ਉਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਕੋਲ ਜਾ ਕੇ ਪੁੱਛਣਾ ਕਿ ਸੱਚੇ ਪਾਤਸ਼ਾਹ ਤੁਸੀਂ ਕੌਣ ਹੋ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਬੈਰਾਗੀ ਮਾਧੋ ਦਾਸ ਸਾਨੂੰ ਕੀ ਪੁੱਛਦਾ, ਪੁੱਛ ਆਪਣੇ ਮਨ ਤੋਂ। ਡੂੰਘੇ ਧਿਆਨ ਦੇ ਵਿੱਚ ਉਹਨੇ ਪਤਾ ਕੀਤਾ ਕਿ ਜਿਹੜਾ ਅੱਜ ਤਖਤ ਤੇ ਬੈਠਾ ਹੈ, ਜਿਹਦੇ ਬਾਬਤ ਕਈ ਜੋਗੀਆਂ, ਸਿੱਧਾਂ, ਬੈਰਾਗੀਆਂ, ਸੰਨਿਆਸੀਆਂ, ਤਪੀਸਵਰਾਂ ਕੋਲ ਮੈਂ ਬੰਦਗੀ ਕੀਤੀ ਹੈ, ਜਿਹਦੀ ਪ੍ਰਾਪਤੀ ਕਰਨ ਵਾਸਤੇ ਅੱਜ ਉਹ ਆਪ ਹੀ ਮੇਰੇ ਤਖਤ ਤੇ ਵਿਰਾਜਮਾਨ ਹੋ ਕੇ ਮੈਨੂੰ ਦਰਸ਼ਨ ਦੇਣ ਆਇਆ। ਘੁੱਟ ਕੇ ਚਰਨ ਫੜ ਲਏ। ਕਹਿੰਦੇ ਪਤਾ ਲੱਗਿਆ ਕੌਣ? ਚੁੱਪ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਨੂੰ ਆਪਣੇ ਹੰਝੂਆਂ ਨਾਲ ਧੋਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹੁਣ ਤੂੰ ਦੱਸ ਤੂੰ ਕੌਣ ਹੈ? ਤੇ ਫਿਰ ਮਾਧੋ ਦਾਸ ਕਹਿੰਦਾ, ਪਾਤਸ਼ਾਹ ਮੈਂ ਤੇਰਾ ਬੰਦਾ, ਮੈਂ ਤੇਰਾ ਬੰਦਾ। ਔਰ ਗੁਰਬਾਣੀ ਵੀ ਇਹੀ ਕਹਿੰਦੀ ਹੈ ਕਿ ਬੰਦਗੀ ਦਾ ਸਭ ਤੋਂ ਪਹਿਲਾ ਕਦਮ ਹੀ ਹੈ ਉਹਦਾ ਹੋਣਾ ਬੰਦੇ। ਬੰਦਗੀ ਇਖਤਿਆਰ ਸਾਹਿਬ ਰੋਸ ਧਰੋਂ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ,
ਜਿਉ ਫੂਲ ਜਈ ਹੈ ਨਾਰ ਖੈਰ ਸੁਲਾ। ਇੱਥੇ ਇਤਿਹਾਸ ਸੰਕੋਚੀਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਿਰ ਮਾਧੋ ਦਾਸ ਨੂੰ ਅੰਮ੍ਰਿਤ ਦੀ ਦਾਤ ਖੰਡੇ ਬਾਟੇ ਦੀ ਪਹਿਲ ਦਿੱਤੀ। ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਤੋਂ ਭਾਈ ਗੁਰਬਖਸ਼ ਸਿੰਘ ਰੱਖਿਆ ਗਿਆ। ਗੁਰਬਖਸ਼ ਸਿੰਘ ਤੋਂ ਬਾਬਾ ਬੰਦਾ ਸਿੰਘ ਬਹਾਦਰ ਸੂਰਮਾ ਤਿਆਰ ਹੋਇਆ, ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਦੇ ਅੰਦਰ ਨਫ਼ਰਤ ਦੀ ਤੇ ਬਦਲੇ ਦੀ ਭਾਵਨਾ ਨਹੀਂ ਹੁੰਦੀ। ਪਰ ਔਰੰਗਜ਼ੇਬ ਨੂੰ ਮੈਂ ਇਹ ਵੀ ਚੇਤਾ ਕਰਾਇਆ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਣੀ ਦੇ ਵਿੱਚ ਲਿਖਦੇ ਨੇ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਕਹਿੰਦੇ ਜੇ ਖਾਲਸ ਖੁਦ ਖੁਦਾ ਹੋ ਤੇ ਫਿਰ ਅੰਦਰ ਹਿੰਮਤ ਵੀ ਰੱਖੋ, ਤੇ ਫਿਰ ਅੰਤ ਦੇ ਵਿੱਚ ਮੂਰਖ ਦੇ ਮੂੰਹ ਦੇ ਉੱਤੇ ਮਾਰ ਪੈਣੀ ਚਾਹੀਦੀ। ਉਸ ਮਾਰ ਤੋਂ ਬਿਨਾ ਫਿਰ ਉਹ ਕਾਬੂ ਵੀ ਨਹੀਂ ਆਉਂਦਾ। ਮੂਰਖ ਗੰਢ ਪਵੈ ਮੁਖ ਮਾਰ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਦੱਸਿਆ। ਇੱਥੋਂ ਤੱਕ ਗੁਰਬਾਣੀ ਦੇ ਵਿੱਚ ਬਹੁਤ ਸਾਰੀ ਐਸੀ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ, ਪਰ ਅੰਦਰ ਦਾ ਜਿਹੜਾ ਰੰਗ ਅੱਜ ਵੀ ਆਇਆ, ਹਰ ਨਾਮਾ ਹਰ ਰੰਗ ਹੈ, ਇਹਨੂੰ ਕਿਹਾ ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ। ਇਹਨੂੰ ਹੀ ਕਿਹਾ ਕਿ ਅੰਦਰ ਦਾ ਜਿਹੜਾ ਰੰਗ ਲੱਗ ਜੇ ਉਹੀ ਸੂਰਾ ਹੈ। ਆਤਮ ਜਿਣੈ ਸਗਲ ਵਸਤਾਕੈ ਜਾਕਾ ਸਤਿਗੁਰ ਪੂਰਾ, ਠਾਕੁਰ ਗਾਈਐ ਆਤਮ ਰੰਗ। ਹੁਣ ਇਹ ਭਾਵਨਾ ਛੱਡੋ, ਰਿੱਧੀਆਂ ਸਿੱਧੀਆਂ ਛੱਡੋ ਤੇ ਸਿੱਧਾ ਉਸ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਦੇ ਖਾਲਸ ਬਣੋ। ਖਾਲਸਾ ਦਾ ਮਤਲਬ ਪਵਿੱਤਰ ਜਾਂ ਸ਼ੁੱਧ ਨਹੀਂ ਹੈ। ਖਾਲਸ ਅੱਜ ਵੀ ਗੁਜਰਾਤ ਦੇ ਵਿੱਚ ਉਸ ਧਰਤੀ ਦੇ ਟੁਕੜੇ ਨੂੰ ਕਿਹਾ ਜਾਂਦਾ ਹੈ ਜਿਸ ਧਰਤੀ ਦੇ ਟੁਕੜੇ ਦੇ ਉੱਤੇ ਸਿੱਧਾ ਬਾਦਸ਼ਾਹੀ ਹੱਕ ਹੋਏ, ਨਾ ਵਿੱਚ ਕੋਈ ਪਟਵਾਰੀ ਹੋਏ, ਨਾ ਕੋਈ ਦਲਾਲ ਹੋਏ, ਨਾ ਕੋਈ ਵਿੱਚ ਹੋਰ ਮਲਕੀਅਤ ਰੱਖਣ ਵਾਲਾ ਹੋਏ। ਮਹਾਰਾਜ ਜੀ ਨੇ ਕਿਹਾ ਕਿ ਗੁਰਬਖਸ਼ ਸਿੰਘ ਅੱਜ ਤੋਂ ਬਾਅਦ ਤੁਸੀਂ ਖਾਲਸ ਹੋ, ਤੁਹਾਡਾ ਸਿੱਧਾ ਸੰਬੰਧ ਅਕਾਲ ਪੁਰਖ ਦੇ ਨਾਲ ਹੈ, ਔਰ ਅੱਜ ਤੋਂ ਬਾਅਦ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਹੈ ਖਾਲਸਾ ਅਕਾਲ ਪੁਰਖ ਕੀ ਫੌਜ ਦਾ ਆਗਾਜ਼। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਹੁਣ ਤੁਸੀਂ ਕੀ ਕਰਨਾ ਹੈ? ਮਹਾਰਾਜ ਜੀ ਨੇ ਫਿਰ ਉੱਥੇ ਬਚਨ ਕੀਤੇ। ਸਾਹਿਬ ਜੀ ਨੇ ਕਿਹਾ ਕਿ ਜੇ ਸੂਰਮੇ ਹੋ ਤੇ ਫਿਰ ਇੱਕ ਕੰਮ ਕਰੋ ਕਿ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਹੁਣ ਪਿੱਛੇ ਨਹੀਂ ਹਟਣਾ। ਦੇਹ शिवा बर मोह यह शुभ कर्मन ते कबहू ना टरो। जब आब की ओध निधान बने अत हीरण में तब जूझ मरो। धन गुरु गोबिंद सिंह साहब महाराज जी ने ਇਹ ਕਾਰਜ ਦੱਸੇ ਕਿ ਧਰਤੀ ਦੇ ਉੱਤੇ ਇੰਨੇ ਕੁ ਜ਼ੁਲਮ ਹੋਏ ਨੇ। 40 ਸਿੰਘਾਂ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਲੱਖਾਂ ਦੀ ਫੌਜ ਦਾ ਟਾਕਰਾ ਕੀਤਾ ਸਿੰਘਾਂ ਨੇ, ਤੇ ਤੁਹਾਨੂੰ ਅਸੀਂ 5 ਸਿੰਘ ਦੇ ਰਹੇ ਹਾਂ। ਜਾ ਕੇ ਪੰਜਾਬ ਦੀ ਧਰਤੀ ਤੇ ਜਾਓ, ਉਥੇ ਇਹ ਹੁਕਮਨਾਮੇ ਸਿੱਖਾਂ ਨੂੰ ਦਿਖਾਇਓ, ਉਸ ਧਰਤੀ ਦੇ ਲੋਕਾਂ ਨੂੰ ਦਿਖਾਇਓ। ਅੱਜ 5 ਨੇ, ਕੱਲ ਨੂੰ 500 ਤੇ ਪਰਸੋਂ ਨੂੰ 5, 5000 ਤੋਂ 50000 ਇਹ ਗੁਰੂ ਕੀ ਲਾਡਲੀ ਫੌਜ ਇਸ ਧਰਤੀ ਤੇ ਨਿਆਂ ਲੈਣ ਵਾਸਤੇ ਇਕੱਠੀ ਹੋ ਜਾਏਗੀ। ਔਰ ਇਹੀ ਸੱਚ ਹੋਇਆ। ਕੁਝ ਦਿਨਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਿੱਥੇ 5 ਸਿੰਘਾਂ ਨਾਲ ਗਿਆ ਤੇ 500, 5000 ਤੇ 50000 ਦੀ ਫੌਜ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ। ਨਾ ਸਿਰਫ ਉਹ ਮਾਝੇ ਦੁਆਬੇ ਜਾਂ ਮਾਲਵੇ ਦੇ ਸਿੰਘ ਸਨ, ਬਹੁਤ ਸਾਰੇ ਲਤਾੜੇ ਹੋਏ ਕਿਸਾਨ, ਬਹੁਤ ਸਾਰੇ ਲਤਾੜੇ ਹੋਏ ਹਿੰਦੂ, ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਤੇ ਪਠਾਨ ਵੀ, ਸੂਫੀ ਫਕੀਰ ਵੀ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋ ਗਏ। ਪਰ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਇਹ ਮਸਲਿਆਂ ਦੇ ਵਿੱਚ ਹੈ। ਚੱਪੜ ਚਿੜੀ ਦੀ ਜੰਗ ਹੈ ਜੀ, ਸਰਹੰਦ ਦੇ ਨਵਾਬ ਨੂੰ ਸੋਧਣਾ ਹੈ, ਵਜ਼ੀਰ ਖਾਨ ਨੂੰ। ਪਰ ਉਥੇ ਨਾਂਦੇੜ ਦੇ ਵਿੱਚ ਕਿਹੜੀ ਘਟਨਾ ਵਾਪਰੀ? ਵਜ਼ੀਰ ਖਾਨ ਨੇ 2 ਪਠਾਨ ਘੱਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਲਈ। ਉਹ ਭੇਸ ਵਟਾ ਕੇ ਬੜਾ ਚਿਰ ਬੈਠੇ ਰਹੇ ਦਰਬਾਰ 'ਚ, ਪਰ ਸਤਿਗੁਰ ਅਗਮ ਅਗਾਧ ਪੁਰਖ ਜਾਣਦਾ ਕਿ ਕੌਣ ਆਏ ਨੇ। ਸਤਿਗੁਰ ਜੀ ਪਛਾਣ ਗਏ ਸਨ। ਇੱਕ ਰਾਤ ਐਸਾ ਵੇਲਾ ਹੋਇਆ, ਸਤਿਗੁਰ ਜੀ ਆਪਣੇ ਤੰਬੂ ਦੇ ਵਿੱਚ ਇਕੱਲੇ ਬੈਠੇ, ਸੌਣ ਦੀਆਂ ਤਿਆਰੀਆਂ। ਸਤਿਗੁਰ ਜੀ ਦੀ ਕਮਰ ਕੱਸੇ ਦੇ ਨਾਲ ਸ਼ਸਤਰ ਸਦਾ ਹੀ ਹੁੰਦੇ ਸੀ, ਭਾਵੇਂ ਕਟਾਰ ਹੋਏ, ਭਾਵੇਂ ਛੋਟੀ ਕਿਰਪਾਨ ਹੋਏ, ਭਾਵੇਂ ਪੇਚ ਕਬਜ਼ ਹੋਏ, ਭਾਵੇਂ ਖੰਜਰ ਹੋਏ। ਸਤਿਗੁਰ ਜੀ ਤੇਗਾ ਰੱਖਦੇ ਸੀ। ਸਿੰਘਾਂ ਨੂੰ ਵੀ ਹੁਕਮ ਸੀ ਕਿ ਇਹ ਭਗੌਤ ਹੈ, ਇਹ ਸ਼ਕਤੀ ਹੈ, ਇਹ ਤਾਕਤ ਹੈ। ਇਹਨੂੰ ਹੀ ਔਰੰਗਜ਼ੇਬ ਨੂੰ ਦੱਸਿਆ ਸੀ ਕਿ ਚੂੰਕਾਰ ਅਜ਼ਹਮਾ ਹੀਲਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਮ ਬਸ਼ਮਸ਼ੀਰ ਦਸਤ।
जद सारे हीले खत्म हो जाण फिर शस्त्र ਨੂੰ ਹੱਥ ਪਾਉਣਾ ਹੀ ਜਾਇਜ਼ ਹੈ। ਫਿਰ ਸ਼ਸਤਰ ਦਾ ਮੁੱਠਾ ਹੀ ਸਭ ਕੁਝ ਹੈ, ਫਿਰ ਉਹੀ ਰੱਬ ਹੈ। ਇसी करके आप पढ़ते हो तुसी, अस कृपान खंडो खड़ग तपक तबर अर तीर सैव सरोही सहथी यह हमारे पीर। जिथे गुरु ग्रंथ साहब जी का प्रकाश होएगा, गुरु ग्रंथ साहब जी के अगे शस्त्रां का जरूर प्रकाश होएगा। इनू भी शस्त्र प्रकाश क्या है, इनू भी शस्त्र, क्योंकि गुरु का सिख देवी देवतियां या पत्थरां का पुजारी नहीं है। गुरु गोबिंद सिंह साहब कहते तुसी अकाल दे पुजारी हो, ते अकाल दी ताकत वो है शस्त्र, उन्हों भी तुसी नतमस्तक होवोगे, क्योंकि ये ताकत है, ये सच का प्रतीक है, ये डर का प्रतीक नहीं, ये डर के रहने का प्रतीक नहीं, ये वो प्रतीक है। सच की बाणी नानक आखै सच सुनाई सी सच की वेला, ये वो प्रतीक है जिन्हों एक नबी कहता है असूलों पे आच आए लड़ जाना जरूरी है, अगर जिंदा हो तो फिर जिंदा नजर आना जरूरी है। बहुत चलाकी दे नाल धोखे दे नाल गुरु गोबिंद सिंह साहब जी की सज्जी बखी दे थले इस पासे वो एक जहरीला अणियाला खंजर जहर दे नाल रत्या होया गुरु गोबिंद सिंह साहब महाराज जी नूं पिछों घोप गया। पर सतगुरु जी दे खब्बे हथ दे विच तेगा सी, सतगुरु जी ने सज्जे तो काबू करके खब्बे हथ विचों तेग दा वार कीता, सतगुरु जी ने उत्थे ही उहदा गाटा लाता। दूसरा जिहड़ा सी वो तंबू पाड़ के भजिया, दो पठान सन, दूसरे नूं ਸਿੰਘਾਂ ने काबू किया। जिहड़ा मरण लगा सी वो कहंदा हाय माए। गुरु गोबिंद सिंह साहब कहंदे हुण बोल हाय अल्लाह, हुण मां नूं बोलण दा समा नहीं, हुण अल्लाह नूं याद कर, हाय अल्लाह। पर धन गुरु गोबिंद सिंह साहब महाराज जी नूं जख्म होया, सिखां ने जख्म नूं समेटिया, खून लहू बहुत बह गया। धन गुरु गोबिंद सिंह साहब महाराज जी की इस खबर का बादशाह नूं पता लग्या। एक अंग्रेज डॉक्टर, क्योंकि अंग्रेज़ों की आमद 1602 की है, भारत देश दे विच जहांगीर वेले उस वेले ही महाराणी एलिजाबैथ तो इजाजत लैके, जिहड़ा इतिहास का वखरा पक्ष है, तकरीबन 1598 दे विच इजाजत लई सी अंग्रेज़ों ने भारत वल आउण दी, पर आए 1602 दे विच सी। जहांगीर दे राज दे विच जहांगीर ने उन्हां नूं आउण दी इजाजत दित्ती सी, वपार करन दी इजाजत दित्ती सी। इस करके 1602 तो ही अंग्रेज भारत देश विच आए हुए सन, यूके ब्रिटेन दे, और ये मुगल राज दे विच नाल ही दोस्ती सी इन्हां दी। सो बहादुर शाह ते धन गुरु गोबिंद सिंह साहब महाराज जी का उस समा 1708 दा बहादुर शाह ने एक बहुत सियाणा डॉक्टर भेजिया। वैद भी सन गुरु साहब दे कोल, पर वो आके अंग्रेजी तरीके दे नाल टांके ला के गया गुरु गोबिंद सिंह साहब महाराज जी नूं। सीपिया गया जख्म, भरना शुरू हो गया, जख्म बहुत ठीक होया, सतगुरु जी दरबार च बहना शुरू होए, सतगुरु जी दुरुस्त हो गए तकरीबन। एक दिन दरबार दे विच सतगुरु जी ने बंदूक ते तीर कमान दे चिल्ले दे उत्ते तीर चढ़ाया, वो जख्म मुड़ के अल्लाह हो गया। उस जख्म विचों खून फिर रिसना शुरू हो गया। फिर वैद नूं बुलाउण दी ताकीद हुक्म होया, पर सतगुरु जी ने कहा कि हुण वैद नहीं, हुण असल वैद कोल ही जाना। मेरा वैद गुरु गोबिंदा हर हर नाम औखद मुख देवै, काटे जम की फंदा। जम दी फाई वड्डी गई है। हम यही काज जगत मोह आए, धर्म हेठ गुरदेव पठाए, जहां तहां तुम धर्म बिथारो, दुष्ट दोखियन पखड़ पछारो, यही काज तरा हम जन्मंग, समझ लियो साधु सब मनमंग। ते सतगुरु जी ने केड़ा काज धरिया? सतगुरु जी कहंदे संत उबारन, दुष्ट सगल को मूल पछाड़न। इस धरती दे उत्ते साडा कारज संपूर्ण होया सरीरिक। गुरु कदी भी शरीर उमर भोगण नहीं आउंदे, अन मैला करन नहीं आउंदे। सतगुरु इस शरीर रूप नूं धारदे ने सिर्फ और सिर्फ कारज नूं संकोचन वास्ते, पूरा करन वास्ते। ये कारज पूर्ण है। सतगुरु जी ने तकरीबन 42 साल ते कुछ महीनियां दी शरीरिक उम्र तो बाद अपना शरीरिक चोला संकोचिया। अज दे दिन सतगुरु जी ने हुक्म किया कि कई मण लकड़ चंदन दी, टाली दी, अंब दी इकट्ठी की जाए,
ਤੇ ਬਹੁਤ ਵੱਡਾ ਤੰਬੂ ਸਜਾਇਆ ਜਾਏ ਜੋ ਭਾਈ ਵੀਰ ਸਿੰਘ ਜੀ ਕਹਿੰਦੇ ਨੇ। ਔਰ ਇਹ ਭਾਈ ਵੀਰ ਸਿੰਘ ਜੀ ਦੀ ਕਲਗੀਧਰ ਚਮਤਕਾਰ ਦੇ ਵਿੱਚ ਹੈ। ਕਈ ਇਤਿਹਾਸਕਾਰ ਇਹ ਕਹਿੰਦੇ ਹੈ ਕਿ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਘੋੜੇ ਸਮੇਤ ਹੀ ਜਾਂਦੇ ਵੇਖਿਆ, ਕਿ ਸਤਿਗੁਰੂ ਜੀ ਨੀਲੇ ਸਮੇਤ ਹੀ ਜਾਮੇ ਨੂੰ ਆਪ ਹੀ ਪੰਜ ਭੂਤਕ ਸਰੀਰ ਨੂੰ ਪੰਜਾਂ ਤੱਤਾਂ ਦੇ ਵਿੱਚ ਸਮਾ ਗਏ। ਪਰ ਭਾਈ ਵੀਰ ਸਿੰਘ ਇਹ ਜ਼ਿਕਰ ਕਰਦੇ ਨੇ ਕਿ ਸਤਿਗੁਰੂ ਜੀ ਨੇ ਆਪ ਆਪਣੀ ਚਿਖਾ ਤਿਆਰ ਕਰਵਾਈ ਹੈ। ਆਪ ਹੀ ਹੁਕਮ ਕਰਕੇ ਸਤਿਗੁਰੂ ਜੀ ਨੇ ਬਹੁਤ ਮਣ ਲੱਕੜ ਇਕੱਠੀ ਕੀਤੀ, ਬਹੁਤ ਸਾਰੀ, ਤਕਰੀਬਨ ਇਹ ਲੱਕੜ ਕੁਝ ਸੈਂਕੜੇ ਮਣ ਸੀ। ਸਤਿਗੁਰੂ ਜੀ ਦਾ ਇਹ ਹੁਕਮ ਹੋਇਆ, ਕੁਝ ਦਿਨਾਂ ਦੇ ਵਿੱਚ ਬਹੁਤ ਵੱਡਾ ਤੰਬੂ ਸਜਾ ਕੇ ਉਹ ਲਾਂਬੂ ਟਿਕਾਇਆ ਗਿਆ। ਸਤਿਗੁਰੂ ਜੀ ਨੇ ਉਹਨੂੰ ਟਕਵਾਤਾ, ਉਹਦੇ ਆਮਣੇ ਸਾਹਮਣੇ ਸ਼ਮਿਆਨਾ ਲਾ ਦਿੱਤਾ ਤੇ ਨਾਲ ਹੀ ਸਤਿਗੁਰੂ ਜੀ ਨੇ ਇੱਕ ਛੋਟਾ ਤੰਬੂ ਲਾਇਆ। ਉਹਦੇ ਨਾਲ ਹੀ ਉਹਨਾਂ ਦਿਨ ਦੇ ਦਰਮਿਆਨ ਸਤਿਗੁਰੂ ਜੀ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਸਤਿਗੁਰੂ ਜੀ ਨੇ ਅਚੋਜ ਵਰਤਾਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋਤ ਟਿਕਾਈ ਤੇ ਸਭ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਣ ਦੀ ਤਾਕੀਦ ਕੀਤੀ ਕਿ ਅੱਜ ਤੋਂ ਬਾਅਦ ਸਦਾ ਹੀ ਜੁਗੋ ਜੁਗ ਅਟਲ ਹੈ, ਜਿਹੜਾ ਸਦਾ ਹੀ ਰਹੇਗਾ। ਜਦ ਤੱਕ ਸ੍ਰਿਸ਼ਟੀ ਰਹੇਗੀ ਤਾਂ ਤੱਕ ਇਹ ਗੁਰੂ ਰਹੇਗਾ। ਹੁਣ ਜਾਵਾਂ ਵਟਾਉਣ ਦੀ ਲੋੜ ਨਹੀਂ ਪੈਣੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋਤ ਟਿਕਾਈ, ਦਸਾਂ ਗੁਰੂ ਸਾਹਿਬਾਨਾਂ ਦੀ ਜੋਤ ਆਖਿਆ। ਸਤਿਗੁਰੂ ਜੀ ਫਿਰ ਹੁਕਮ ਕਰਦੇ ਨੇ ਕਿ ਸਾਡੇ ਨਾਲ ਸਿਰਫ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ, ਇਹ ਦੋ ਸਿੰਘ ਹੀ ਰਹਿਣਗੇ ਜਿਹੜੇ ਸਾਡੇ ਅੰਦਰ ਨਾਲ ਤੰਬੂ ਦੇ ਵਿੱਚ ਜਾਣਗੇ। ਹੋਰ ਕੋਈ ਵੀ ਸਿੱਖ ਇਸ ਛੋਟੇ ਤੰਬੂ ਵਿੱਚ ਨਹੀਂ ਆਏਗਾ। ਸਤਿਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਆਖਰੀ ਫਤਿਹ ਗਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਫਤਿਹ ਗਜਾ ਕੇ ਭਾਈ ਵੀਰ ਸਿੰਘ ਲਿਖਦੇ ਨੇ ਛੋਟੇ ਤੰਬੂ ਅੰਦਰ 5 ਦਿਨਾਂ ਤੋਂ ਵੱਧ ਚੋਕੜਾ ਲਾ ਕੇ ਬੈਠੇ ਨੇ ਸਿੰਘਾਂ ਦੇ ਨਾਲ। ਉੱਥੇ ਦਿਨਾਂ ਦਾ ਵੀ ਜ਼ਿਕਰ ਹੈ, ਸਾਰਾ ਕੁਝ ਉਹਨਾਂ ਨੇ ਲਿਖਿਆ। ਕੁਝ ਦਿਨ ਸਤਿਗੁਰੂ ਜੀ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਇਹ ਦੋਨੋਂ ਸਤਿਗੁਰਾਂ ਜੀ ਦੇ ਨਾਲ ਉਹਦੇ ਛੋਟੇ ਤੰਬੂ ਵਿੱਚ ਬੈਠੇ ਨੇ। ਸਤਿਗੁਰੂ ਜੀ ਨੇ ਅਟਲ ਅਗੰਮ ਅਖੰਡ ਚੋਕੜਾ ਲਾਇਆ ਹੈ, ਤੂੰ ਹੀ ਤੇ ਆਇਆ ਹੈ। ਉਹਨਾਂ ਦਿਨਾਂ ਤੋਂ ਬਾਅਦ ਫਿਰ ਸਤਿਗੁਰੂ ਜੀ ਨੇ ਹੁਕਮ ਕੀਤਾ, ਭਾਈ ਦਇਆ ਸਿੰਘ, ਧਰਮ ਸਿੰਘ, ਅਸਾਂ ਨੇ ਹੁਣ ਜਿੱਥੇ ਲੱਕੜਾਂ ਲੱਖੀਆਂ ਨੇ ਉਸ ਸ਼ਮਿਆਨੇ ਦੇ ਅੰਦਰ ਜਾਣਾ ਹੈ। ਪਿੱਛੋਂ ਕਿਸੇ ਸਿੱਖ ਨੇ ਨਹੀਂ ਆਉਣਾ, ਤੁਹਾਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਹੈ ਤੇ ਤੁਸੀਂ ਕਿਸੇ ਸਿੱਖ ਨੂੰ ਨਹੀਂ ਆਉਣ ਦੇਣਾ। ਔਰ ਪਿੱਛੋਂ ਸਾਡਾ ਹੁਕਮ ਹੈ ਕਿ ਅੰਗੀਠਾ ਨਹੀਂ ਫਰੋਲਣਾ, ਅੰਗੀਠੇ ਨੂੰ ਬਿਲਕੁਲ ਨਹੀਂ ਫਰੋਲਣਾ। ਔਰ ਲੱਕੜਾਂ ਦਾ ਲਾਂਬੂ ਇੰਨਾ ਸੀ, ਅਸੀਂ ਸਿਰਫ ਔਰ ਸਿਰਫ ਇਮੈਜਿਨ ਹੀ ਕਰ ਸਕਦੇ ਹਾਂ ਕਿ 100 ਮਣ ਲੱਕੜਾਂ ਕਿੰਨੀਆਂ ਹੋਣਗੀਆਂ, ਕਿੱਡਾ ਵੱਡਾ ਦਾਇਰਾ ਹੋਏਗਾ ਉਹ ਲੱਕੜਾਂ ਦਾ। ਜਿੱਥੇ ਸਤਿਗੁਰੂ ਜੀ, ਉਹ ਕਿੰਨਾ ਕੁ ਵੱਡਾ ਉੱਚਾ ਪਹਾੜ ਹੋਏਗਾ ਲੱਕੜਾਂ ਦਾ। ਸਤਿਗੁਰੂ ਜੀ ਆਪ ਜਾ ਕੇ ਉੱਥੇ ਬੈਠੇ ਨੇ ਔਰ ਸਤਿਗੁਰੂ ਜੀ ਨੇ ਉੱਥੇ ਜਦ ਚੋਕੜਾ ਲਾਇਆ ਲੱਕੜਾਂ ਉੱਤੇ, ਔਰ ਜਿਹੜਾ ਭਾਈ ਵੀਰ ਸਿੰਘ ਦਾ ਇਤਿਹਾਸ ਇਹ ਦੱਸਦਾ ਹੈ ਕਿ ਸਤਿਗੁਰੂ ਜੀ ਸਿੰਘਾਂ ਨੂੰ ਕਹਿ ਕੇ ਗਏ ਸੀ ਕਿ ਜਿਸ ਵੇਲੇ ਅਸਾਂ ਨੇ ਹੁਕਮ ਕਰਨਾ ਲਾਂਬੂ ਲਾਓ, ਫਿਰ ਤੁਸੀਂ ਖਿੰਨ ਪਲ ਦੀ ਦੇਰ ਵੀ ਨਹੀਂ ਲਾਉਣੀ ਲਾਂਬੂ ਲਾਉਣ ਲਈ। ਔਰ ਇਹ ਇਤਿਹਾਸ ਇਸ ਕਰਕੇ ਮੈਂ ਆਪ ਸੰਗਤਾਂ ਦੇ ਸਨਮੁਖ ਰੱਖ ਰਿਹਾ, ਨਾਲ ਰੈਫਰੈਂਸ ਵੀ ਦੇ ਰਿਹਾ ਕਿ ਭਾਈ ਵੀਰ ਸਿੰਘ ਜਿਹੜਾ ਲਿਖ ਰਹੇ ਨੇ, ਮੈਂ ਆਪ ਸੰਗਤਾਂ ਦੇ ਸਨਮੁਖ ਉਹੀ ਰੱਖ ਰਿਹਾ। ਭਾਈ ਵੀਰ ਸਿੰਘ ਨੂੰ ਜਿਹੜਾ ਇਤਿਹਾਸ ਮਿਲਿਆ, ਉਹਨਾਂ ਨੇ ਬੜੀ ਥਾਵਾਂ ਤੋਂ ਇਕੱਠਾ ਕਰਕੇ ਅਸੈਂਬਲ ਕਰਕੇ ਇਹ ਲਿਖਿਆ, ਕੰਪਾਈਲ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਅਨੁਸਾਰ ਉਸ ਚਿਖਾ ਨੂੰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਵੱਲੋਂ ਲਾਂਬੂ ਲਾਇਆ ਗਿਆ, ਗੁਰੂ ਦਾ ਹੁਕਮ ਮੰਨਿਆ। ਔਰ ਤਕਰੀਬਨ 4 ਪਹਿਰ ਦਿਨ ਤੇ 4 ਪਹਿਰ ਰਾਤ ਇਹ ਸਤਿਗੁਰੂ ਜੀ ਦਾ ਜਿਹੜਾ ਪੂਰੀ ਸ਼ਮਿਆਨਾ ਲੱਕੜਾਂ ਦਾ ਇਹ ਬਲਦਾ ਰਿਹਾ, ਬਹੁਤ ਭਾਰਾ ਬਲਿਆ। ਸਤਿਗੁਰੂ ਜੀ ਜਿਸ ਵੇਲੇ ਜੋਤੀ ਜੋਤ ਸਮਾਵੇ, ਜਿਸ ਵੇਲੇ ਸਤਿਗੁਰੂ ਜੀ ਦਾ ਇਸ ਰੂਪ ਦੇ ਵਿੱਚ ਦੇਹ ਰੂਪੀ ਸੰਸਕਾਰ ਹੋਇਆ, ਜਿਸ ਵੇਲੇ ਅੰਗੀਠਾ ਠੰਡਾ ਹੋਇਆ, ਸਿੱਖਾਂ ਨੂੰ ਹੁਕਮ ਸੀ ਅੰਗੀਠਾ ਫਰੋਲਣਾ ਨਹੀਂ ਹੈ, ਪਰ ਸਿੱਖਾਂ ਤੋਂ ਰਿਹਾ ਨਹੀਂ ਗਿਆ। ਸਿੱਖਾਂ ਤੋਂ ਬਰਦਾਸ਼ਤ ਨਹੀਂ ਹੋਇਆ ਸਤਿਗੁਰੂ ਜੀ ਦਾ ਵਿਛੋੜਾ। ਸਿੱਖਾਂ ਨੇ ਅੰਗੀਠਾ ਫਰੋਲਿਆ। ਅੰਗੀਠੇ ਵਿੱਚੋਂ
ਸਤਿਗੁਰ ਜੀ ਦੇ ਕਮਰ ਕੱਸੇ ਦੀ ਤੇਗ ਵੱਡੀ 4 ਫੁੱਟੀ, ਸਤਿਗੁਰ ਜੀ ਦਾ ਕੜਾ, ਸਤਿਗੁਰ ਜੀ ਦੀ ਦੁਮਾਲੇ ਦਾ ਸ਼ਸਤਰ, ਛੋਟੀ ਕਟਾਰ। ਅੱਜ ਜਿਹੜੇ ਜਿਹੜੇ ਸ਼ਸਤਰ ਦਰਸ਼ਨ ਕਰਾਏ ਜਾਂਦੇ ਨੇ ਉਹ ਸਤਿਗੁਰ ਜੀ ਦੇ ਅੰਗੀਠੇ ਵਿੱਚੋਂ ਨਿਕਲੇ ਸਨ ਹਜ਼ੂਰ ਸਾਹਿਬ ਦੇ ਵਿੱਚ। ਉਹਾਂ ਤੇ ਅੰਦਰ ਬਹੁਤ ਸਾਰੇ ਸ਼ਸਤਰ ਨੇ ਜਿੱਥੇ ਅੰਦਰ ਸਥਾਨ ਹੈ, ਜਿਹੜਾ ਸੈਂਟਮ ਸੈਂਟੋਰੀਅਮ ਦਾ ਪਲੇਸ ਹੈ, ਜਿਹਦੇ ਅੰਦਰ ਸਿਰਫ ਔਰ ਸਿਰਫ ਸਿੰਘ ਸਾਹਿਬ ਜਾ ਸਕਦੇ ਨੇ। ਪਰ ਬਾਹਰ ਜਿਹੜੇ ਚੱਕਰ, ਗੁਰੂ ਸਾਹਿਬ ਦੇ ਦੁਮਾਲੇ ਦਾ ਚੱਕਰ, ਛੋਟੀ ਕਿਰਪਾਨ ਦੁਮਾਲੇ ਵਾਲੀ, ਸਤਿਗੁਰ ਜੀ ਦੀ ਛੋਟੀ ਸ਼੍ਰੀ ਸਾਹਿਬ, ਸਤਿਗੁਰ ਜੀ ਦੀ ਵੱਡੀ ਸ਼੍ਰੀ ਸਾਹਿਬ, ਇਹ ਅੰਗੀਠੇ ਵਿੱਚੋਂ ਨਿਕਲੀ ਹੈ। ਹਾਂ, ਉਹਾਂ ਕਈ ਸਿੰਘਾਂ ਨੇ ਜ਼ਿਕਰ ਕੀਤਾ ਕਿ ਮੈਂ ਗੁਰੂ ਸਾਹਿਬ ਨੂੰ ਉੱਥੇ ਜਾਂਦਾ ਵੇਖਿਆ। ਇਹ ਗੁਰੂ ਕੀਆਂ ਬਾਤਾਂ ਗੁਰੂ ਕੇ ਚੋਜ਼, ਕਿਉਂਕਿ ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਚਲੇ, ਗੁਰੂ ਦੀ ਚਾਲਾ। ਗੁਰੂ ਸਦਾ ਹੀ ਅਗਮ ਅਗਾਧ ਪੁਰਖ ਹੈ। ਗੁਰੂ ਦੇ ਚੋਜ ਨੂੰ ਕੋਈ ਨਹੀਂ ਜਾਣ ਸਕਦਾ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਕੋਈ ਵੀ ਅੰਤਰ ਧਿਆਨ ਹੋ ਕੇ ਗੁਰੂ ਨੂੰ ਪ੍ਰੇਮ ਕਰਦਾ ਹੈ ਤੇ ਗੁਰੂ ਕਈ ਰੂਪਾਂ ਦੇ ਵਿੱਚ ਉਹਨਾਂ ਨੂੰ ਆਪਣੇ ਦਰਸ਼ਨ ਦੀਦਾਰੇ ਦਿੰਦਾ, ਕਿਉਂਕਿ 3 ਰੂਪ ਨੇ ਗੁਰੂ ਦੇ। 3 ਰੂਪ ਹੈ ਮੋਹਿ ਕੇ ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਹੈ। ਤੇ ਇੱਕੋ ਇੱਕ ਗੱਲ ਸਿਰਫ ਪ੍ਰੋਫੈਸਰ ਪੂਰਨ ਸਿੰਘ ਦੀ ਕਰਕੇ ਸ਼ਬਦ ਵੱਲ ਆਵਾਂ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਸਵੀਰ ਬਣਾਉਣੀ ਹੈ। ਉਹ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਥਾਨ ਪਾਉਂਟਾ ਸਾਹਿਬ ਜਮਨਾ ਦੇ ਕੰਢੇ ਬਹਿ ਗਿਆ। ਜਮਨਾ ਨੂੰ ਆਵਾਜ਼ ਮਾਰ ਕੇ ਕਹਿੰਦਾ ਹੈ, ਜਮਨਾ ਤੂੰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ। ਜਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਤੇਰੇ ਵਿੱਚ ਆਪਣੇ ਚਰਨ ਪਾਏ ਸੀ ਤੇ ਤੂੰ ਬੜੀ ਛਾਂ ਕਰਦੀ, ਕਲ ਕਰਦੀ ਲੰਘਦੀ ਸੀ। ਇੱਥੋਂ ਤੂੰ ਸ਼ਾਂਤ ਹੋ ਗਈ ਹੈ ਗੁਰੂ ਦੇ ਚਰਨ ਪਰਸਦੇ ਹੀ। 10 ਖਾਂ ਜਦ ਗੁਰੂ ਸਾਹਿਬ ਇੱਥੇ ਬੈਠ ਕੇ ਤੂੰ ਹੀ ਦੀਆਂ ਧੁਨਾਂ ਉਚਾਰਦੇ ਸਨ, 52 ਕਵੀ ਦੇ ਨਾਲ ਬਹੁਤ ਸ਼ਾਇਰੀ ਉਚਾਰਦੇ ਸਨ। ਦੱਸ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਚਿਹਰਾ ਕਿਹੋ ਜਿਹਾ ਜਾਹੋ ਜਲਾਲ ਮਾਰਦਾ ਸੀ। ਕਹਿੰਦੇ ਬੜੇ ਘੰਟੇ ਪੂਰਨ ਸਿੰਘ ਬੈਠਾ ਰਿਹਾ, ਜਮਨਾ ਕੁਛ ਨਹੀਂ ਬੋਲੀ। ਚਿੱਤਰ ਬਣਾਉਂਦਾ ਤੇ ਜਮਨਾ ਵਿੱਚ ਸੁੱਟ ਦਿੰਦਾ, ਫਿਰ ਪਟਨੇ ਚਲਾ ਗਿਆ। ਕਹਿੰਦੇ ਬਾਲ ਗੋਬਿੰਦ ਰਾਏ ਦੇ ਤੂੰ ਦਰਸ਼ਨ ਕੀਤੇ ਹੈ ਗੰਗਾ, ਤੂੰ ਤਾਂ ਬੋਲ ਖਾਂ, ਤੂੰ ਤੇ ਕਈ ਸਾਲ ਤੇਰੇ ਅੰਦਰ ਤੇ ਕੰਗਨ ਵੀ ਸੁੱਟਿਆ ਗੁਰੂ ਨੇ। ਦੁਨੀਆ ਦੇ ਲੋਕ ਤੇਰੇ ਕੋਲੋਂ ਆ ਕੇ ਦੁੱਧ ਪੁੱਤ ਦੀ ਦਾਤ ਲੈ ਕੇ ਜਾਂਦੇ ਐ। ਕੱਲਾ ਗੁਰੂ ਗੋਬਿੰਦ ਸਿੰਘ ਐਸਾ ਸੀ ਜਿਹੜਾ ਤੀਰਥਾਂ ਨੂੰ ਵੀ ਦੇ ਕੇ ਚਲਾ ਗਿਆ, ਜਿਹੜਾ ਤੇਰੇ ਅੰਦਰ ਵੀ ਤੈਨੂੰ ਵੀ ਕੰਗਨ ਦੇ ਕੇ ਚਲਾ ਗਿਆ। ਤੂੰ ਤੇ ਲੋਕਾਂ ਨੂੰ ਦੁੱਧ ਪੁੱਤ ਦੇਣੀ ਹੈ। ਐਸਾ ਖਸਮ ਆਇਆ ਜਿਹੜਾ ਤੈਨੂੰ ਵੀ ਕੰਗਨ ਦੇ ਕੇ ਚਲਾ ਗਿਆ, ਤੇਰੇ ਅੰਦਰ ਵੀ ਦਾਤਾਂ ਪਾ ਕੇ ਚਲਾ ਗਿਆ। ਦੱਸ ਜਦ ਪੰਡਤ ਸ਼ਿਵ ਰਾਮ ਨੂੰ ਪਿੱਛੋਂ ਆ ਕੇ ਝਾਤ ਬੋਲਿਆ ਸੀ, ਕੈਸਾ ਨੂਰੀ ਜਲਾਲ ਸੀ ਗੋਬਿੰਦ ਰਾਏ ਦੇ ਚਿਹਰੇ ਤੇ। ਕਹਿੰਦੇ ਗੰਗਾ ਵੀ ਨਹੀਂ ਬੋਲੀ। ਫਿਰ ਗੋਦਾਵਰੀ ਗਏ। ਕਹਿੰਦੇ ਗੋਦਾਵਰੀ ਤੇਰੇ ਅੰਦਰ ਤੇ ਕਰੋੜਾਂ ਰੁਪਏ ਦੇ ਨਗੀਨੇ ਸੁੱਟੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਇੱਥੇ ਹੀ ਬੈਠ ਕੇ ਮਾਧੋ ਦਾਸ ਨੂੰ ਬਖਸ਼ਿਸ਼ਾਂ ਕੀਤੀਆਂ। 10 ਖਾਂ ਜਦ ਸਤਿਗੁਰ ਬਾਣੀ ਉਚਾਰਦੇ ਸਨ ਤੇ ਕਿਹੋ ਜਿਹਾ ਜਾਹੋ ਜਲਾਲ ਸੀ, ਸਿੱਖਾਂ ਉੱਤੇ ਰਹਿਮਤਾਂ ਕਰਦੇ ਸਨ। ਕਹਿੰਦੇ ਗੋਦਾਵਰੀ ਵੀ ਕੁਛ ਨਹੀਂ ਬੋਲੀ। ਫਿਰ ਸਤਿਗੁਰ ਜੀ ਅੰਤਮ 'ਚ ਉਸ ਸਥਾਨ ਤੇ ਭਾਈ ਪ੍ਰੋਫੈਸਰ ਪੂਰਨ ਸਿੰਘ ਗਿਆ ਜਿੱਥੇ ਸਰਸਾ ਦਾ ਵਿਛੋੜਾ ਪਿਆ ਹੈ। ਸਰਸਾ ਨੂੰ ਪੁੱਛਿਆ, ਸਰਸਾ ਤੂੰ ਤਾਂ ਬੋਲ, ਸਾਹਿਬਜ਼ਾਦੇ ਤੇਰੇ ਵਿੱਚੋਂ ਲੰਘੇ ਨੇ, ਗੁਰੂ ਸਾਹਿਬ ਘੋੜਿਆਂ ਸਮੇਤ ਤੇਰੇ ਵਿੱਚੋਂ ਲੰਘੇ ਨੇ, ਕਿੰਨਾ ਕੁਛ ਤੂੰ ਲਿਟਰੇਚਰ ਇੱਥੇ ਡੋਬ ਗਈਆਂ, ਨਿਗਲ ਗਈਆਂ, ਤੂੰ ਤਾਂ ਦੱਸ ਦੇ ਸਰਸਾ ਕਿ ਸਤਿਗੁਰ ਜੀ ਦਾ ਕੈਸਾ ਜਾਹੋ ਜਲਾਲ ਸੀ ਜਦ ਪਿੱਛੇ ਧਾੜਵੀ ਦੁਸ਼ਮਣ ਲੱਗੇ ਸਨ, ਪਰ ਸਤਿਗੁਰ ਤਾਂ ਵੀ ਨੇਮ ਆਸਾ ਕੀ ਵਾਰ ਦਾ ਨਿਭਾ ਰਹੇ ਸਨ ਤੇਰੇ ਕੰਢੇ ਬਹਿ ਕੇ। ਤਾਂ ਵੀ ਦੱਸ ਦੇ ਕਿ ਕੈਸਾ ਜਲਾਲ ਸੀ। ਕਹਿੰਦੇ ਉਹ ਪਾਗਲ ਜਾਂ ਲੋਕੀ ਕਹਿੰਦੇ ਪਾਗਲ ਹੋ ਗਿਆ ਪੂਰਨ ਸਿੰਘ, ਕਾਗਜ਼ 'ਚ ਕੁਛ ਬਣਾਉਂਦਾ ਹੈ ਤੇ ਉਹਨੂੰ ਮੋੜ ਕੇ ਗੰਗਾ 'ਚ, ਗੋਦਾਵਰੀ ਦੇ ਵਿੱਚ, ਕਦੀ ਜਮਨਾ ਦੇ ਵਿੱਚ ਤੇ ਕਦੀ ਸਤਲੁਜ ਦੇ ਵਿੱਚ ਕਿੱਥੇ ਸੁੱਟ ਦਿੰਦਾ। ਜਦ ਬਹੁਤ ਨਿਰਾਸ਼ ਹੋ ਗਿਆ, ਅੰਤ ਉਹਨੂੰ ਅੰਦਰੋਂ ਆਵਾਜ਼ ਆਈ ਕਿ ਜੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨੇ ਆ, ਨਾ ਗੰਗਾ ਵਿੱਚੋਂ, ਨਾ ਗੋਦਾਵਰੀ ਵਿੱਚੋਂ, ਨਾ ਜਮਨਾ ਵਿੱਚੋਂ ਤੇ ਨਾ ਹੀ ਸਤਲੁਜ ਵਿੱਚੋਂ ਹੋਣਗੇ। ਅਰਦਾਸ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਓ, ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ
ਸੁਖ ਪਾਇਆ ਰਾਮ। ਜੇ ਕਿਸੇ ਸਿੱਖ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨੇ ਆ, ਫਿਰ ਰੁਮਾਲ ਚੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਪੜੋ। ਸ਼ਬਦ ਵਿੱਚੋਂ ਗੁਰੂ ਗ੍ਰੰਥ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋਣਗੇ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬਹੁੜ ਨਾ ਹੋਈ ਭੰਗ। ਭੰਗ ਕਹਿੰਦੇ ਆ, ਫਿਰ ਰੁਕਾਵਟ ਨਹੀਂ ਹੁੰਦੀ ਜਦ ਗੁਰੂ ਆਪ ਹੀ ਤਰੁੱਠਦੇ ਨੇ। ਮੇਰੇ ਮਨ ਹਰ ਰਾਮ ਨਾਮ ਕਰ ਰੰਗ। ਮੇਰੇ ਮਨ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਮੰਗ ਲੈ। ਦੁਨੀਆ ਦੇ ਲੋਕਾਂ ਨੇ ਦਾਤਾਂ ਮੰਗੀਆਂ ਨੇ, ਗੁਰੂ ਤੇ ਬਿਨਾਂ ਮੰਗੇ ਵੀ ਕੰਗਨ ਦੇਈ ਆਉਂਦਾ ਗੰਗਾ ਨੂੰ। ਮਾਂ ਕਹਿੰਦੀ ਕਿੱਥੇ ਸੁੱਟਿਆ, ਤੇ ਦੂਜਾ ਲਾ ਕੇ ਵੀ ਸੁੱਟਦੇ ਨੇ, ਇੱਥੇ ਸੁੱਟਿਆ। ਤੇ ਸਤਿਗੁਰ ਜੀ ਨੂੰ ਜਿਸ ਵੇਲੇ ਬਹਾਦਰ ਸ਼ਾਹ, ਧਰਤੀ ਦਾ ਬਾਦਸ਼ਾਹ, ਏਸ਼ੀਆ ਪੈਸੀਫਿਕ ਦਾ ਸਭ ਤੋਂ ਵੱਡਾ ਬਾਦਸ਼ਾਹ, ਉਹਨਾਂ ਦੇ ਨਾਲ ਰਾਜ਼ੀਨਾਮਾ ਕਰਨ ਲਈ ਨਗੀਨਾ ਦਿੰਦੇ ਆ, ਮਹਾਰਾਜ ਜੀ ਨਗੀਨੇ ਵੱਲ ਵੇਖਦੇ ਨਹੀਂ, ਐ ਨਗੀਨਾ ਸੁੱਟਦੇ ਆ। ਬਹਾਦਰ ਸ਼ਾਹ ਬੜਾ ਔਖਾ ਹੁੰਦਾ, ਇੰਨਾ ਮਹਿੰਗਾ ਨਗੀਨਾ ਕਿਉਂ ਸੁੱਟਤਾ, ਕਿੱਥੇ ਸੁੱਟਤਾ? ਸਤਿਗੁਰੂ ਜੀ ਕਹਿੰਦੇ ਆ ਦੇਖ ਲੈ ਇੱਥੇ ਪਿਆ ਹੋਏਗਾ। ਜਦ ਬਹਾਦਰ ਸ਼ਾਹ ਅੰਦਰ ਜਾ ਕੇ ਗੋਦਾਵਰੀ ਦੇ ਕੰਢੇ ਵੇਖਦਾ, ਉੱਥੇ ਲੱਖਾਂ ਕਰੋੜੇ ਕਰੋੜਾਂ ਹੀ ਨਗੀਨੇ ਇੱਥੇ ਪਏ ਹੁੰਦੇ। ਮਹਾਰਾਜ ਕਹਿੰਦੇ ਸਾਡਾ ਖਜ਼ਾਨਾ ਹੈ, ਖਾਲਸੇ ਦਾ ਖਜ਼ਾਨਾ ਹੈ, ਨਾ ਇਹਨੂੰ ਕੋਈ ਲੁੱਟ ਸਕਦਾ ਨਾ ਲੈ ਸਕਦਾ, ਇਹ ਖਾਲਸੇ ਦੀ ਝੋਲੀ ਪਏਗਾ। ਅਸੀਂ ਆਪਣਾ ਖਜ਼ਾਨਾ ਤਿਜੋਰੀਆਂ 'ਚ ਨਹੀਂ ਰੱਖਦੇ, ਸਾਡੇ ਖਜ਼ਾਨੇ ਗੰਗਾ ਤੇ ਗੋਦਾਵਰੀ ਵਿੱਚ ਹੀ ਹੈਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਗੁਰ ਤੁਠੈ ਹਰ ਉਪਦੇਸ਼ਿਆ, ਹਰ ਭੇਟਿਆ ਰਾਉ ਨਿਸੰਗ। ਗੁਰੂ ਸਦਾ ਅੰਗ ਸੰਗ ਰਹਿਣ ਵਾਲਾ ਹੈ, ਕਦੀ ਦੂਰ ਨਹੀਂ ਹੋਏਗਾ ਰਹਾਉ। ਮੁੰਦੇ ਆਣੀ ਮਨਮੁਖੀ, ਫਿਰ ਆਵਣ ਜਾਣਾ ਅੰਗ। ਮਰ ਤੇ ਜਾਣਾ ਹੀ ਹੈ ਇੱਕ ਦਿਨ, ਆਣਾ ਜਾਣਾ ਲੱਗਿਆ ਰਹਿਣਾ। ਹਰ ਪ੍ਰਭ ਚਿਤ ਨਾ ਆਇਓ, ਮਨ ਦੂਜਾ ਭਾਉ ਸੈਲੰਗ। ਪਰ ਰੱਬ ਨੂੰ ਵਿਸਾਰ ਕੇ ਕਿਉਂ ਮਰੀਏ, ਗੁਰੂ ਗੁਰੂ ਜਪ ਕੇ ਇੱਥੋਂ ਜਾਈਏ। ਹਮ ਮੈਲ ਭਰੇ ਦੋਹਚਾਰੀਆ, ਹਰ ਰਾਖੋ ਅੰਗੀ ਅੰਗ। ਪਾਤਸ਼ਾਹ ਜੀ ਮੈਲੇ ਹਾਂ, ਕੁਫਰ ਤੋਲਦੇ ਹਾਂ, ਪਰ ਹੈਗੇ ਤੁਹਾਡੇ ਹੀ ਆ, ਤੁਸੀਂ ਰੱਖੋ। ਗੁਰ ਅੰਮ੍ਰਿਤਸਰ ਨਵਾਲਿਆ, ਸਭ ਲਾਥੇ ਕਿਲ ਵਿਖ ਭੰਗ। ਹਰ ਤਰ੍ਹਾਂ ਦੀ ਮੈਲ ਆਪ ਜੀ ਦੀ ਸੰਗਤ ਵਿੱਚ ਲੱਥਦੀ ਹੈ। ਇਹ ਅੰਮ੍ਰਿਤ ਸਰੋਵਰ ਹੈ। ਹਰ ਦੀਨਾ ਦੀਨ ਦਇਆਲ ਪ੍ਰਭ, ਸਤ ਸੰਗਤ ਮੇਲੋ ਸੰਗ। ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਸੰਗਤ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੁੰਦੇ ਨੇ, ਗੁਰੂ ਦੇ ਦਰਸ਼ਨ ਨੇ, ਗੁਰੂ ਦਾ ਭਾਵ ਮਿਲਦਾ ਹੈ। ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਸੰਗਤ 'ਚ ਭਾਵੇਂ ਘੜੀ ਬੈਠੀਏ, ਪਲ ਬੈਠੀਏ, ਭਾਵੇਂ ਥੋੜ੍ਹਾ ਸਮਾਂ ਬੈਠੀਏ, ਥੋੜ੍ਹਾ ਸਮਾਂ ਬੈਠਣ ਨਾਲ ਸਾਰਾ ਦਿਨ ਤੇ ਸਾਰਾ ਜੀਵਨ ਸਫਲ ਹੋ ਜਾਂਦਾ ਹੈ, ਗੁਰੂ ਚੇਤੇ ਰਹਿੰਦਾ ਹੈ। ਧੰਨਵਾਦ ਆਪ ਸਾਰਿਆਂ ਦੇ ਮਾਣ ਪਿਆਰ ਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅੱਜ ਜੋਤੀ ਜੋਤ ਸਮਾਏ ਨੇ। ਸਤਿਗੁਰੂ ਜੀ ਪਿੱਛੋਂ ਜਿਹੜੇ ਹੁਕਮ ਕਰਕੇ ਗਏ ਨੇ, ਉਹ ਹੁਕਮ ਸੀ ਇੱਕ ਸ਼ਸਤਰ ਰੱਖਣਾ ਸਿੱਖ ਨੇ। ਕਿਉਂਕਿ ਇਹ ਯਾਦ ਰੱਖਿਓ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਵੱਡੀਆਂ ਵੱਡੀਆਂ ਰਾਣੀਆਂ ਵੀ, ਸੋਹਣੀ ਤੋਂ ਸੋਹਣੀ ਇਸ ਧਰਤੀ ਦੀਆਂ ਆਪਣੇ ਆਪ ਨੂੰ ਗਰੂਰ ਕਰਨ ਵਾਲੀਆਂ ਔਰਤਾਂ ਵੀ ਆਈਆਂ ਨੇ, ਪਰ ਸਤਿਗੁਰੂ ਜੀ ਨੇ ਆਸ਼ੀਰਵਾਦ ਕਦੀ ਵੀ ਉਹਨਾਂ ਨੂੰ ਸਪਰਸ਼ ਕਰਕੇ ਨਹੀਂ ਦਿੱਤਾ। ਇਤਿਹਾਸ ਇਹੀ ਜ਼ਿਕਰ ਕਰਦਾ ਹੈ ਕਿ ਸਤਿਗੁਰ ਤੀਰ ਦੀ ਨੋਕ ਦੇ ਨਾਲ ਉਹਨਾਂ ਦੇ ਸਿਰ ਦੇ ਉੱਤੇ ਤੀਰ ਦੀ ਨੋਕ ਰੱਖਦੇ ਸੀ ਤੇ ਆਸ਼ੀਰਵਾਦ ਦਿੰਦੇ ਸੀ। ਤੇ ਇੱਕ ਵਾਰੀ ਕਿਹਾ ਸੀ ਚੰਬੇ ਦੀ ਰਾਣੀ ਨੇ ਕਿ ਸਤਿਗੁਰ ਜੀ ਤੁਸੀਂ ਸਿਰ ਤੇ ਹੱਥ ਤੇ ਰੱਖ ਸਕਦੇ ਹੋ। ਸਤਿਗੁਰੂ ਜੀ ਨੇ ਇੱਕੋ ਹੀ ਹੁਕਮ ਕੀਤਾ ਕਿ ਅਸੀਂ ਆਪਣੇ ਮਹਿਲ ਤੋਂ ਅਲੱਗਾ ਕਿਸੇ ਹੋਰ ਨੂੰ ਸਪਰਸ਼ ਨਹੀਂ ਕਰਦੇ, ਤੇ ਨਾ ਕੀਤਾ ਹੈ। ਸ਼ਸਤਰ ਉਸ ਪ੍ਰਭੂ ਦੀ ਤਾਕਤ ਹੈ, ਸ਼ਸਤਰ ਦਾ ਹੋਣਾ ਅਕਾਲ ਦੀ ਸ਼ਕਤੀ ਹੈ। ਤੇ ਜੇ ਇਸ ਤੋਂ ਆਸ਼ੀਰਵਾਦ ਮਿਲ ਜਾਏ, ਗੁਰੂ ਰਾਹੀਂ ਮਿਲ ਜਾਏ, ਤੇ ਇਸ ਤੋਂ ਉੱਤੇ ਕੁਛ ਨਹੀਂ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ। ਮਾਤਾ ਸਾਹਿਬ ਦੇਵਾ ਨੇ ਵੀ ਕਿਹਾ ਸੀ ਕਿ ਸਤਿਗੁਰੂ ਜੀ ਤੁਹਾਡੇ ਦਰਸ਼ਨ ਕੀਤੇ ਬਿਨਾਂ ਮੈਂ ਭੋਜਨ ਨਹੀਂ ਛਕ ਸਕਦੀ, ਮੈਂ ਕੀ ਕਰਾਂ। ਸਤਿਗੁਰੂ ਜੀ ਨੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਟਾਰ ਦਿੱਤੀ ਸੀ, ਨਿੱਜੀ ਸ਼ਸਤਰ ਦਿੱਤੇ ਸੀ। ਕਹਿੰਦੇ ਬਾਣੀ ਪੜ੍ਹੋ ਤੇ ਸ਼ਸਤਰਾਂ ਦੇ ਦਰਸ਼ਨ ਕਰੋ, ਸ਼ਸਤਰ ਵਿੱਚੋਂ ਸਾਡੇ ਦਰਸ਼ਨ ਹੋਣਗੇ। ਬੜੀ ਵੱਡੀ ਰਮਜ਼ ਹੈ ਜੀ, ਸਮਝ ਸਕਿਓ ਤੇ ਸਮਝ ਜਾਇਓ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓੰਕਾਰ। ਸਤਿਗੁਰੂ ਪ੍ਰਸਾਦ ਆਨੰਦ ਬਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ।
ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੀ, ਹਰ ਨਾਲ ਰਹੋ ਤੂੰ ਮਨ ਮੇਰੀ, ਦੁਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੀ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਘਰ ਤਾਂ ਤੇਰਾ ਹੈ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣਹੁ ਬੜ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਦਿਵਸ ਰਾਤ ਦੁਇ ਦਾਈ, ਦਾਇਆ ਖੇਲਾ ਸਗਲੇ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮੁਸਕਤ ਕਾਲ। ਨਾਮ